ਵਚਨ ਦੇ ਵਿੱਚੋਂ ਦੇਖਣ ਜਾ ਰਹੇ ਹਾਂ ਉਹ ਅਸੀਂ ਦੇਖਣ ਜਾ ਰਹੇ ਹਾਂ ਕਿ ਜਿਹੜਾ ਦੁੱਖ ਆ ਜਿਸਲੇ ਪ੍ਰਭੂ ਦੁੱਖ ਘੱਲਦਾ ਕਿਸੇ ਦੇ ਉੱਤੇ ਤਾਂ ਇਹ ਉਸ ਦਾ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਕਿਉਂਕਿ ਉਸ ਦੁੱਖ ਦੇ ਵਿੱਚੋਂ ਬਹੁਤ ਵੱਡੀ ਭਲਾਈ ਪੈਦਾ ਹੋਣ ਜਾ ਰਹੀ ਹੁੰਦੀ ਹੈ। ਇਸ ਤੋਂ ਪਹਿਲਾਂ ਅਸੀਂ ਜੋ ਪਿਛਲੇ ਹਫ਼ਤੇ ਦੇਖਿਆ ਸੀ ਦੁੱਖ ਦੀ ਸ਼ੁਰੂਆਤ ਕਿੱਥੋਂ ਹੋਈ ਔਰ ਇੱਕ ਸਰਾਫ ਤੋਂ ਸ਼ੁਰੂ ਹੋਈ। ਇੱਕ ਅਦਨ ਦੇ ਬਾਗ ਦੇ ਵਿੱਚ ਬੈਠਾ ਇਨਸਾਨ ਉਹ ਪਾਪ ਕਰਦਾ ਪਿਆ ਔਰ ਉਸ ਪਾਪ ਦੇ ਕਾਰਨ ਉਸ ਨੂੰ ਉਸ ਬਾਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਔਰ ਫਿਰ ਅਸੀਂ ਇਹ ਦੇਖਦੇ ਪਏ ਹਾਂ ਕਿ ਦਰਵਾਜ਼ਾ ਬੰਦ ਹੋ ਗਿਆ ਔਰ ਉਸ ਨੂੰ ਕਿਹਾ ਗਿਆ ਕਿ ਇਹ ਧਰਤੀ ਆਪਣੇ ਮੁੜਕੇ ਦੇ ਨਾਲ ਤੂੰ ਇਸ ਤੋਂ ਹੁਣ ਖਾਏਂਗਾ, ਇਹ ਕੰਡੇ ਤੇ ਝਾੜੀਆਂ ਤੇਰੇ ਲਈ ਪੈਦਾ ਕਰੇਗੀ। ਔਰ ਇਹ ਚੀਜ਼ ਮੈਂ ਬਹੁਤ ਵਾਰੀ ਪਹਿਲਾਂ ਵੀ ਕਹਿ ਚੁੱਕਾ ਕਿ ਜਿਸ ਤੁਸੀਂ ਵਿਚਾਰਾ ਇੱਕ ਜ਼ਿਮੀਂਦਾਰ ਆਪਣੀ ਸਾਰੀ ਮਿਹਨਤ ਲਾ ਕੇ ਬੜੀ ਮੁਸ਼ਕਲ ਦੇ ਨਾਲ ਖੇਤ ਦੇ ਵਿੱਚੋਂ ਫਸਲ ਕੱਢਦਾ ਤੇ ਘਾਹ ਜਿਹੜਾ ਸੜਕ ਦੇ ਗੱਭੇ ਉੱਗ ਜਾਂਦਾ, ਦੋਨਾਂ ਪਾਸੋਂ ਸੜਕ ਵਗਦੀ ਹੁੰਦੀ ਆ, ਉਹਦੇ ਵਿੱਚ ਘਾਹ ਉੱਗਿਆ ਹੁੰਦਾ, ਕੰਡੇ ਤੇ ਝਾੜੀਆਂ ਤੇਰੇ ਲਈ ਪੈਦਾ ਕਰੇਗੀ। ਔਰ ਉਹ ਦੁੱਖਾਂ ਦਾ ਜਿਹੜਾ ਟੋਕਰਾ ਲੈ ਕੇ ਉੱਥੋਂ ਨਿਕਲਿਆ। ਹੁਣ ਪ੍ਰਭੂ ਨੇ ਉਸ ਦਾ ਇੱਕ ਇੰਤਜ਼ਾਮ ਕਰਨਾ ਸੀ ਔਰ ਉਸ ਦੇ ਵਿੱਚ ਉਹ ਸਾਰਾ ਦੁੱਖ ਪ੍ਰਭੂ ਨੇ ਉਸ ਜਿਹੜਾ ਸੀ ਉਸ ਨੂੰ ਉਹ ਪਾਪ ਨੂੰ ਆਪਣੇ ਉੱਤੇ ਲੈਣਾ ਸੀ। ਉਸ ਦੇ ਇੰਤਜ਼ਾਮ ਦੇ ਲਈ ਪ੍ਰਭੂ ਨੇ ਇੱਕ ਇਨਸਾਨ ਨੂੰ ਚੁਣਿਆ ਔਰ ਸ਼ੁਰੂਆਤ ਕੀਤੀ। ਅਗਰ ਤੁਸੀਂ ਮੇਰੇ ਨਾਲ ਉਤਪਤ ਦੇ 12ਵੇਂ ਭਾਵ ਦੇ ਵਿੱਚ ਆ ਜਾਓ, ਉਤਪਤ ਦੇ 12ਵੇਂ ਭਾਵ ਦੇ ਵਿੱਚ ਆ ਜਾਓ ਤੇ ਅਸੀਂ ਇੱਕ ਵਾਅਦਾ ਪ੍ਰਭੂ ਦਾ ਦੇਖਦੇ ਪਏ ਹਾਂ ਜੋ ਇੱਕ ਐਸੇ ਇਨਸਾਨ ਦੇ ਨਾਲ ਕਰ ਰਿਹਾ ਜਿਸ ਦੀ ਹਾਲਤ ਉਜੜੀ ਪਈ ਹੈ। ਉਹ ਉਜੜੇ ਘਰ ਦੇ ਵਿੱਚ ਇੱਕ ਆਪਣੀ ਬਰਕਤ ਦੇਣ ਜਾ ਰਿਹਾ ਔਰ ਉੱਥੋਂ ਉਸਨੇ ਇੱਕ ਐਸੀ ਬਰਕਤ ਪੈਦਾ ਕਰਨੀ ਆ, ਲੇਕਿਨ ਉਸ ਬਰਕਤ ਸਾਡੇ ਤੱਕ ਪਹੁੰਚਦੇ ਉਹਨਾਂ ਨੂੰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪੈਣਾ। ਮੈਂ 11ਵਾਂ ਭਾਗ ਉਸ ਦੀ 27 ਆਇਤ ਤੋਂ ਪਹਿਲਾਂ ਪੜੂੰਗਾ। ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਕਹਿੰਦਾ ਇਹ ਤਾਰਾ ਦੇ ਵੰਸ਼ ਦਾ ਲੇਖਾ ਹੈ। ਉਸਦੇ 3 ਪੁੱਤਰ ਸਨ, ਅਬਰਾਮ, ਨਾਹੌਰ ਅਤੇ ਹਰਾਂ। ਹਰਾਂ ਦੇ ਪੁੱਤਰ ਦਾ ਨਾਂ ਲੂਤ ਸੀ। ਹਰਾਂ ਆਪਣੀ ਜਨਮ ਭੂਮੀ ਬਾਬਲ ਦੇ ਸ਼ਹਿਰ ਦੇ ਊਰ ਦੇ ਵਿੱਚ ਮਰ ਗਿਆ। ਉਸ ਦਾ ਪਿਤਾ ਤਾਰਾ ਉਸ ਸਮੇਂ ਜਿਉਂਦਾ ਸੀ। ਅਬਰਾਮ ਅਤੇ ਨਾਹੌਰ ਨੇ ਵੀ ਵਿਆਹ ਕੀਤੇ। ਅਬਰਾਮ ਦੀ ਪਤਨੀ ਦਾ ਨਾਂ ਸਰਾਈ ਸੀ ਅਤੇ ਨਾਹੌਰ ਦੀ ਪਤਨੀ ਦਾ ਨਾਮ ਮਿਲਕਾ ਸੀ। ਨਾਹੌਰ ਮਿਲਕਾ ਦਾ ਪਿਤਾ ਹਰਾਨ ਸੀ, ਜਿਸ ਦੇ ਪੁੱਤਰ ਦਾ ਨਾਂ ਯਿਸਕਾ ਸੀ। ਸਰਾਈ ਬਾਂਝ ਸੀ, ਇਸ ਲਈ ਉਸ ਦੇ ਘਰ ਕੋਈ ਸੰਤਾਨ ਨਹੀਂ ਹੋਈ ਸੀ। ਅੱਗੇ ਅਸੀਂ ਦੇਖਦੇ ਹਾਂ, ਤਾਰਾ ਨੇ ਆਪਣੇ ਪੁੱਤਰ ਅਬਰਾਮ, ਪੋਤੇ ਲੂਤ ਅਤੇ ਹਰਾਨ ਦੇ ਪੁੱਤਰ ਨੂੰ ਸਰਾਈ ਅਬਰਾਹਮ ਦੀ ਪਤਨੀ ਨੂੰ ਨਾਲ ਲੈ ਕੇ ਬਾਬਲ ਦੇ ਸ਼ਹਿਰ ਊਰ ਨੂੰ ਛੱਡ ਦਿੱਤਾ। ਉਹ ਉੱਥੋਂ ਕਨਾਨ ਦੇ ਵੱਲ ਚੱਲ ਪਏ, ਪਰ ਚੱਲਦੇ ਚੱਲਦੇ ਹਰਾਨ ਸ਼ਹਿਰ ਦੇ ਵਿੱਚ ਪਹੁੰਚ ਗਏ ਅਤੇ ਉੱਥੇ ਹੀ ਵਸ ਗਏ। ਤਾਰਾ ਉੱਥੇ ਹੀ 250 ਸਾਲਾਂ ਦਾ ਹੋ ਕੇ ਮਰ ਗਿਆ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ? ਅਸੀਂ ਇੱਕ ਪਰਿਵਾਰ ਨੂੰ ਚੱਲਦਾ ਦੇਖਦੇ ਪਏ ਹਾਂ। ਉਸ ਪਰਿਵਾਰ ਦੇ ਵਿੱਚ ਜਿਹੜੇ ਪੁੱਤਰ ਆ ਉਹਨਾਂ ਦੇ ਬੱਚੇ ਆ ਔਰ ਉਹਨਾਂ ਦੇ ਜਿਹੜਾ ਪਰਿਵਾਰ ਉਹ ਪੂਰੇ ਆ, ਲੇਕਿਨ ਪ੍ਰਭੂ ਨੇ ਉਹਨਾਂ ਨੂੰ ਨਹੀਂ ਚੁਣਿਆ। ਪ੍ਰਭੂ ਨੇ ਇੱਕ ਅਣਹੋਣਿਆ ਕੰਮ ਕਰਨਾ ਆ। ਪ੍ਰਭੂ ਦਾ ਕੰਮ ਹੀ ਉਹ ਹੁੰਦਾ ਜਿਹੜਾ ਸਾਡੀ ਸਮਝ ਤੋਂ ਪਰੇ ਹੋਵੇ। ਹਾਊ ਹੀ ਡਿਡ ਦੈਟ, ਜਿਹੜਾ ਬਾਅਦ ਦੇ ਵਿੱਚ ਅਸੀਂ ਇੱਕ ਤਰ੍ਹਾਂ ਦੀ ਹੈਰਾਨੀ ਹੋਵੇ ਕਿ ਮੈਂ ਤਾਂ ਸਾਰੇ ਤਰੀਕੇ ਅਪਣਾ ਲਏ, ਮੇਰੇ ਤਰੀਕੇ ਤਾਂ ਕਿਸੇ ਨੇ ਕੰਮ ਨਹੀਂ ਕੀਤਾ। ਇਹ ਪ੍ਰਭੂ ਦਾ ਇਹ ਕਿਹੜੇ ਤਰੀਕੇ ਨਾਲ ਮੇਰਾ ਕੰਮ ਹੋਇਆ? ਇਹ ਕਿਸ ਤਰੀਕੇ ਦੇ ਨਾਲ ਪ੍ਰਭੂ ਨੇ ਸਾਰਾ ਕੁਛ ਕੀਤਾ?
ਸਾਡੀ ਜਿਹੜਾ ਸਮਝ ਤੋਂ ਬਾਹਰ ਹੋਏ। ਜਿਸ ਬੰਦੇ ਨੇ ਇਹ ਲੇਵੀ ਬਣਾਈ ਸੀ ਨਾ, ਆਹ ਜਿਹੜੀ ਆ ਉਹਦੀ ਉਹਨਾਂ ਨੇ ਬਹੁਤ ਵੱਡੀ ਬੁੱਤ ਬਣਾ ਕੇ ਤੇ ਲਾਇਆ ਆ ਇੰਜੀਨੀਅਰ ਦਾ, ਤੇ ਉਹਨੇ ਕਿਹਾ ਸੀ ਵੀ 1000 ਸਾਲ ਤੱਕ ਇਹ ਲੇਵੀ ਨਹੀਂ ਟੁੱਟ ਸਕਦੀ ਜਿਹਨੇ ਬਣਾਈ ਸੀ। ਪ੍ਰਭੂ ਦੇਖੋ ਇਨਸਾਨ ਦੇ ਮਾਣ ਨੂੰ ਕਿੱਦਾਂ ਚੂਰ ਚੂਰ ਕਰ ਦਿੱਤਾ, ਚੂਰ ਚੂਰ ਕਰਕੇ ਰੱਖ ਦਿੱਤਾ ਉਸਨੇ। ਜਿਸ ਜਿਹੜੇ ਉਹਦੇ ਕੰਮ ਆ ਉਹਨਾਂ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਸੋ ਉਸਨੇ ਕਿਸ ਨੂੰ ਚੁਣਿਆ? ਦੇਖੋ, ਉਸਨੇ ਇੱਕ ਐਸੇ ਇਨਸਾਨ ਨੂੰ ਚੁਣਿਆ ਜਿਸ ਨੂੰ ਕੋਈ ਨਾ ਚੁਣਦਾ, ਜਿਸ ਨੂੰ ਕੋਈ ਨਾ ਚੁਣਦਾ। ਤਾਰਾ ਨੂੰ ਚੁਣਦੇ, ਤਾਰਾ ਦੇ ਗਾਂ ਜਿਹੜੇ ਉਹਦੇ ਗਾਂ ਪੁੱਤਰ ਆ, ਉਸ ਪੁੱਤਰਾਂ ਵਾਲੇ ਨੂੰ ਪ੍ਰਭੂ ਚੁਣਦਾ, ਉਹਨਾਂ ਨੂੰ ਬਰਕਤ ਦਿੰਦਾ। ਲੇਕਿਨ ਪ੍ਰਭੂ ਨੇ ਉਹਨਾਂ ਚੋਂ ਕਿਸੇ ਨੂੰ ਨਹੀਂ ਚੁਣਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੂੰ ਆਪਣੇ ਦੇਸ਼, ਸੰਬੰਧੀਆਂ ਅਤੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਧਰਤੀ ਤੇ ਜਾ ਜਿਸ ਦੇ ਬਾਰੇ ਮੈਂ ਤੈਨੂੰ ਦੱਸਾਂਗਾ। ਮੈਂ ਤੇਰੇ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ ਕਿ ਤੇਰਾ ਨਾਂ ਉੱਚਾ ਹੋਏ ਔਰ ਤੂੰ ਅਸੀਸ ਦਾ ਕਾਰਨ ਹੋਵੇਂਗਾ। ਤੂੰ ਅਸੀਸ ਦਾ ਕਾਰਨ ਹੋਵੇਂਗਾ। ਤੇਰੇ ਅਸੀਸ ਦੇਣ ਵਾਲਿਆਂ ਨੂੰ ਮੈਂ ਅਸੀਸ ਦੇਵਾਂਗਾ, ਤੇਰੇ ਸਰਾਫ ਦੇਣ ਵਾਲਿਆਂ ਨੂੰ ਮੈਂ ਸਰਾਫ ਦੇਵਾਂਗਾ। ਤੇਰੇ ਦੁਆਰਾ ਧਰਤੀ ਦੇ ਸਭ ਲੋਕ ਅਸੀਸ ਪ੍ਰਾਪਤ ਕਰਨਗੇ। ਅਬਰਾਮ ਉਸ ਵੇਲੇ 75 ਸਾਲਾਂ ਦਾ ਸੀ ਜਦੋਂ ਉਹ ਪ੍ਰਭੂ ਦੇ ਕਹੇ ਅਨੁਸਾਰ ਹਰਾਨ ਤੋਂ ਚੱਲਿਆ ਅਤੇ ਲੂਤ ਵੀ ਉਸ ਦੇ ਨਾਲ ਗਿਆ। ਸੋ ਅਬਰਾਮ ਆਪਣੀ ਪਤਨੀ, ਆਪਣੇ ਭਤੀਜੇ ਲੂਤ ਅਤੇ ਆਪਣੇ ਸਭ ਮਾਲ ਮੱਤੇ ਸਮੇਤ ਜੋ ਉਸਨੇ ਹਰਾਨ ਦੇ ਵਿੱਚ ਪੈਦਾ ਕੀਤਾ ਸੀ, ਹਰਾਨ ਤੋਂ ਕਨਾਨ ਦੇ ਵੱਲ ਚੱਲ ਪਿਆ। ਉਸਨੇ ਪ੍ਰਭੂ ਦੀ ਆਵਾਜ਼ ਸੁਣੀ ਔਰ ਉਸਨੇ ਕਿਹਾ ਕਿ ਮੇਰੇ ਪੱਲੇ ਕੀ ਆ? ਕੁਛ ਵੀ ਨਹੀਂ। ਜੇ ਪ੍ਰਭੂ ਦੀ ਆਵਾਜ਼ ਆ ਤੇ ਉਸਨੇ ਪ੍ਰਭੂ ਦੀ ਆਵਾਜ਼ ਸੁਣੀ ਔਰ 75 ਸਾਲਾਂ ਦਾ ਉਸਨੂੰ ਸਭ ਮੂਰਖ ਕਹਿ ਰਹੇ ਆ ਕਿ ਤੇਰੇ ਭਤੀਜੇ ਇੱਥੇ ਆ, ਤੇਰੇ ਭਰਾ ਇੱਥੇ ਆ, ਤੇਰੇ ਸੰਭਾਲਣ ਵਾਲੇ ਸਾਰੇ ਇੱਥੇ ਆ, ਤੂੰ ਜਾ ਰਿਹਾ, ਤੈਨੂੰ ਰਸਤੇ ਦੇ ਵਿੱਚ ਤੇਰੇ ਨੌਕਰ ਹੀ ਮਾਰ ਸਕਦੇ ਆ, ਤੂੰ ਇਹ ਕੀ ਕਰਦਾ ਪਿਆ? ਤੂੰ ਇੱਕ ਅਣਜਾਣ ਧਰਤੀ ਤੇ ਵੱਲ ਨੂੰ ਜਾ ਰਿਹਾ। ਲੇਕਿਨ ਉਸਨੇ ਪ੍ਰਭੂ ਦੇ ਵੱਲ ਆਪਣੀ ਨਜ਼ਰ ਰੱਖੀ ਔਰ ਉਹ ਉਸ ਧਰਤੀ ਦੇ ਉੱਤੇ ਗਿਆ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਦੇਖਦੇ ਹਾਂ ਤਾਂ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਅਬਰਾਮ ਉੱਥੋਂ ਚੱਲ ਪਿਆ। ਪ੍ਰਭੂ ਨੇ ਉਹ ਸਾਰੀ ਧਰਤੀ ਉਸ ਨੂੰ ਦਿਖਾਈ, ਸਾਰੀ ਧਰਤੀ ਘੁੰਮ ਫਿਰ ਕੇ ਦਿਖਾਈ। ਕੋਈ ਸੰਤਾਨ ਨਹੀਂ, ਇਹ ਸਾਰੀ ਧਰਤੀ ਮੈਂ ਤੇਰੀ ਸੰਤਾਨ ਨੂੰ ਦਊਂਗਾ। ਔਰ ਉਸਨੂੰ ਘੁਮਾ ਫਿਰਾ ਕੇ ਪ੍ਰਭੂ ਨੇ ਸਭ ਕੁਝ ਦਿਖਾ ਕੇ ਫਿਰ ਉਸ ਤੋਂ ਬਾਅਦ ਉਸਨੂੰ ਮਿਸਰ ਦੇ ਵਿੱਚ ਲੈ ਕੇ ਗਿਆ। ਮਿਸਰ ਦੇ ਵਿੱਚੋਂ ਉਸਦੇ ਨਾਲ ਪ੍ਰਭੂ ਨੇ ਬੜੇ ਵੱਡੇ ਕੰਮ ਕੀਤੇ, ਉਸਨੂੰ ਬਰਕਤਾਂ ਦਿੱਤੀਆਂ, ਵਾਪਸ ਲੈ ਕੇ ਆਇਆ। ਹੁਣ ਜਿਹੜਾ ਉਸਦੇ ਕੋਲ ਧਨ ਮਾਲ ਅੱਗੇ ਨਾਲੋਂ ਚੌਗਣਾ ਹੈ। ਅਸੀਂ 15ਵੇਂ ਭਾਵ ਦੇ ਵਿੱਚ ਆ ਜਾਂਦੇ ਹਾਂ। 15ਵੇਂ ਭਾਵ ਦੇ ਵਿੱਚ ਇਸ ਵੇਲੇ ਅਬਰਾਮ ਦੀ ਜਿਹੜੀ ਉਮਰ ਹੈ 84 ਸਾਲ ਦੀ। ਇਸ ਵੇਲੇ ਉਸ ਦੀ ਉਮਰ 84 ਸਾਲ ਦੀ ਹੋ ਚੁੱਕੀ ਹੈ ਔਰ ਪ੍ਰਭੂ ਦੀ ਆਵਾਜ਼ ਫਿਰ ਉਸ ਨੂੰ ਆਈ ਹੈ। 15ਵੇਂ ਭਾਵ ਦੇ ਵਿੱਚ ਅਸੀਂ ਆ ਚੁੱਕੇ ਹਾਂ। ਇਸ ਦੇ ਪਿੱਛੋਂ ਪ੍ਰਭੂ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਕਿਹਾ, ਅਬਰਾਮ ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰਾਂਗਾ ਔਰ ਤੈਨੂੰ ਬਦਲੇ ਵਿੱਚ ਬਹੁਤ ਮਿਲੇਗਾ। ਉਸਨੇ ਕਿਹਾ 9 ਸਾਲ ਮੈਨੂੰ ਪ੍ਰਭੂ ਦੇ ਪਿੱਛੇ ਚੱਲਦੇ ਨੂੰ ਹੋ ਗਏ ਆ, ਮੈਨੂੰ ਤਾਂ ਕੁਛ ਨਹੀਂ ਮਿਲਿਆ। ਸੋ ਉਸਨੇ ਪ੍ਰਭੂ ਨੂੰ ਸਿੱਧਾ ਕਹਿਤਾ। ਇੱਥੇ ਜਿਹੜੀ ਮੇਨ ਚੀਜ਼ ਆ ਨਾ, ਉਹਨੇ ਪ੍ਰਭੂ ਨੂੰ ਸਿੱਧਾ ਹੀ ਕਹਿਤਾ। ਇਹ ਬੜੀ ਅਜੀਬ ਚੀਜ਼ ਆ। ਕਹਿੰਦਾ ਅਬਰਾਮ ਨੇ ਉੱਤਰ ਦਿੱਤਾ, ਹੇ ਪ੍ਰਭੂ ਪਰਮੇਸ਼ਵਰ, ਤੂੰ ਮੈਨੂੰ ਕੀ ਦੇਵੇਂਗਾ? ਕਿਉਂਕਿ ਮੈਂ ਅਜੇ ਵੀ ਨੇ ਸੰਤਾਨ ਹਾਂ। ਮੇਰੇ ਘਰ ਦਾ ਵਾਰਿਸ ਦਮਿਸ਼ਕੀ ਅਲੀਏਜ਼ਾਰ ਹੋਵੇਗਾ। ਸੋ ਤੂੰ ਤਾਂ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ, ਇਸ ਲਈ ਮੇਰੇ ਘਰ ਜੰਮਿਆ ਕੋਈ ਮੇਰਾ ਦਾਸ ਹੀ ਮੇਰੇ ਘਰ-ਬਾਰ ਦਾ ਮੇਰੇ ਪਿੱਛੋਂ ਵਾਰਿਸ ਹੋਏਗਾ। ਤੂੰ ਮੈਨੂੰ ਕੀ ਦੇਵੇਂਗਾ? ਇੱਥੋਂ ਪ੍ਰਭੂ ਦੇ ਨਾਲ ਇੱਕ ਰਿਸ਼ਤਾ ਪਤਾ ਲੱਗਦਾ। ਇੱਕ ਰਿਸ਼ਤਾ ਉਸ ਦਾ ਪ੍ਰਭੂ ਦੇ ਨਾਲ ਹੈ ਕਿ ਪ੍ਰਭੂ ਦੇ ਨਾਲ ਇਸ ਤਰ੍ਹਾਂ ਗੱਲ ਕਰ ਸਕਦਾ।
ਪ੍ਰਭੂ ਨੇ ਉਸ ਨੂੰ ਬਹੁਤ ਸੰਭਾਲਿਆ, ਉਸਨੇ ਦੇਖਿਆ ਪ੍ਰਭੂ ਦੇ ਹੱਥ, ਉਸਨੇ ਜਗ੍ਹਾ ਜਗ੍ਹਾ ਤੇ ਦੇਖਿਆ। ਉਹ ਈਜਿਪਟ ਦੇ ਵਿੱਚ ਗਿਆ, ਉਸਨੇ ਉਸਦੀ ਪਤਨੀ ਨੂੰ ਚੋਰੀ ਕਰ ਲਿਆ ਗਿਆ, ਈਜਿਪਟ ਦੇ ਵਿੱਚ ਉਸਨੇ ਬਿਮਾਰੀ ਘੱਲ ਦਿੱਤੀ ਸਾਰੇ ਦੇ ਵਿੱਚ। ਔਰ ਉੱਥੇ ਦੇ ਰਾਜਾ ਨੇ ਕਿਹਾ ਜਿਹੜੀ ਜਿਹੜੀ ਚੀਜ਼ ਨੂੰ ਵੀ ਇਹਨਾਂ ਨੇ ਛੋਇਆ ਉਹ ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ ਜਾਵੇ। ਉੱਥੋਂ ਦਾਸ ਦਾਸੀਆਂ, ਊਂਠ, ਤਰ੍ਹਾਂ ਤਰ੍ਹਾਂ ਦੇ ਜਾਨਵਰ ਲੈ ਕੇ ਉਹ ਨਿਕਲੇ ਆ, ਭੇਡਾਂ ਬੱਕਰੀਆਂ ਲੈ ਕੇ ਉਹ ਨਿਕਲੇ ਉੱਥੋਂ। ਉਹ ਮਾਲ ਮੱਤੇ ਨੂੰ ਕਹਿੰਦਾ ਤੂੰ ਮੈਨੂੰ ਮਾਲ ਮੱਤਾ ਤਾਂ ਦੇਈ ਜਾਂਦਾ, ਮਾਲ ਮੱਤੇ ਤਾਂ ਮੈਂ ਕੀ ਕਰਨਾ, ਤੂੰ ਤਾਂ ਹਾਲੇ ਮੈਨੂੰ ਮੈਂ ਤਾਂ ਹਾਲੇ ਵੀ ਨੇ ਸੰਤਾਨ ਆ, ਇਹ ਤੂੰ ਮੈਨੂੰ ਮੇਰੇ ਨੌਕਰਾਂ ਦੇ ਲਈ ਦੇ ਰਿਹਾ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਮੇਰਾ ਘਰ ਉਜਾੜ। ਬੇਸਿਕਲੀ ਉਹ ਇਹ ਕਹਿ ਰਿਹਾ। ਪ੍ਰਭੂ ਦਾ ਬੋਲ ਅਬਰਾਮ ਨੇ ਫਿਰ ਸੁਣਿਆ। ਹੁਣ ਦੇਖੋ ਕਿੰਨੀ ਵੱਡੀ ਚੀਜ਼ ਆ। ਕੌਣ ਆ ਇਨਸਾਨ, ਕੀ ਆ? ਕੁਛ ਵੀ ਨਹੀਂ। ਅਸੀਂ ਉੱਤੇ ਹਬਲ ਟੈਲੀਸਕੋਪ ਘੱਲੀ ਆ, ਉਸਨੇ ਪਿੱਛੇ ਮੁੜ ਕੇ ਧਰਤੀ ਦੀ ਫੋਟੋ ਖਿੱਚੀ ਸੀ ਤੇ ਇੱਕ ਨਿੱਕਾ ਜਿਹਾ ਤਿਣਕਾ ਧਰਤੀ ਦਿਸਦੀ ਪਈ ਆ। ਜਿੱਦਾਂ ਨਾ ਕੰਡ ਏਦਾਂ ਫੜ ਕੇ ਆਪਾਂ ਏਦਾਂ ਨਿਸ਼ਾਨ ਲਾ ਦਈਏ ਪੈਨ ਦਾ, ਇੰਨੀਆਂ ਧਰਤੀਆਂ ਘੁੰਮਦੀਆਂ ਪਈਆਂ, ਇੰਨੇ ਸੂਰਜ ਘੁੰਮਦੇ ਪਏ ਆ ਕਿ ਉਹ ਇੱਕ ਨਿੱਕਾ ਜਿਹਾ ਪੀਲੇ ਰੰਗ ਦਾ ਤਿਣਕਾ ਦਿਸਦੀ ਪਈ। ਔਰ ਅਸੀਂ ਇੱਥੇ ਕਹਿੰਦੇ ਐਡੀ ਵੱਡੀ ਧਰਤੀ, ਔਰ ਐਡੀ ਵੱਡੀ ਧਰਤੀ 'ਚ ਮੈਂ ਕੌਣ ਆ, ਮੇਰੀ ਹੈਸੀਅਤ ਕੀ ਆ? ਪਰ ਪ੍ਰਭੂ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਮਾਈਆਂ ਆ, ਉਸ ਦਾ ਪਿਆਰ ਦੇਖੋ, ਉਸ ਦਾ ਪਿਆਰ ਦੇਖੋ। ਉਸਨੇ ਪ੍ਰਭੂ ਦਾ ਬੋਲ ਅਬਰਾਮ ਨੇ ਫਿਰ ਸੁਣਿਆ, ਨਹੀਂ ਤੇਰਾ ਵਾਰਸ ਇਹ ਦਾਸ ਨਹੀਂ ਹੋਵੇਗਾ, ਸਗੋਂ ਤੇਰਾ ਆਪਣਾ ਪੁੱਤਰ ਵਾਰਸ ਹੋਵੇਗਾ। ਪ੍ਰਭੂ ਅਬਰਾਮ ਨੂੰ ਬਾਹਰ ਲੈ ਗਿਆ ਅਤੇ ਕਿਹਾ, ਤਾਰਿਆਂ ਦੀ ਗਿਣਤੀ ਕਰ, ਤੇਰੀ ਸੰਤਾਨ ਇਹਨਾਂ ਤਾਰਿਆਂ ਜਿੰਨੀ ਹੋਵੇਗੀ। ਪ੍ਰਭੂ ਦੇ ਪਿਆਰ ਨੇ ਉਸ ਨੂੰ ਵਿਸ਼ਵਾਸ ਦਿੱਤਾ। ਵਿਸ਼ਵਾਸ ਪ੍ਰਭੂ ਦੇ ਪਿਆਰ ਦੇ ਵਿੱਚ ਛੁਪਿਆ ਆ। ਵਿਸ਼ਵਾਸ ਕੋਈ ਐਸੀ ਚੀਜ਼ ਨਹੀਂ ਜਿਹੜੀ ਸਾਡੇ ਅੰਦਰੋਂ ਪੈਦਾ ਹੁੰਦੀ ਆ। ਵਿਸ਼ਵਾਸ ਪ੍ਰਭੂ ਦੇ ਪਿਆਰ ਦੇ ਵਿੱਚ ਆ। ਔਰ ਉਹ ਉਸਨੇ ਐਡਾ ਵੱਡਾ ਹਿਰਖ ਪ੍ਰਭੂ ਦੇ ਨਾਲ ਕੀਤਾ, ਔਰ ਐਡਾ ਵੱਡਾ ਹਿਰਖ ਕਰਨ ਤੋਂ ਬਾਅਦ ਵੀ ਪ੍ਰਭੂ ਦੀ ਜਿਹੜੀ ਆਵਾਜ਼ ਆ ਉਹ ਫਿਰ ਉਸ ਨੂੰ ਆਈ। ਔਰ ਪ੍ਰਭੂ ਕਿੰਨੇ ਪਿਆਰ ਦੇ ਨਾਲ ਉਸ ਦੇ ਨਾਲ ਬੋਲਦਾ ਪਿਆ ਕਿ ਨਹੀਂ, ਤੈਨੂੰ ਸੰਤਾਨ ਤੇਰੇ ਘਰ ਹੀ ਪੈਦਾ ਹੋਏਗੀ, ਤੇਰਾ ਆਪਣਾ ਪੁੱਤਰ ਹੀ ਵਾਰਸ ਬਣੇਗਾ। ਫਿਰ ਪ੍ਰਭੂ ਨੇ ਉਸਨੂੰ ਕਿਹਾ ਕਿ ਬਾਹਰ ਆ ਜਾ। ਤਾਰੇ ਗਏ। ਉਸਨੇ ਤਾਰਿਆਂ ਵੱਲ ਨੂੰ, ਸਾਰੇ ਤਾਰਿਆਂ ਵੱਲ ਨੂੰ ਦੇਖਿਆ। ਉਸਨੇ ਦੇਖਿਆ ਕਿ ਪ੍ਰਭੂ ਨੇ ਕੀ ਕੁਛ ਬਣਾਇਆ ਤੇ ਮੈਂ ਕੀ ਚੀਜ਼ ਹਾਂ, ਮੈਂ ਕੀ ਹਾਂ। ਇਹ ਜਿਹੜੇ ਤਾਰੇ ਮੈਂ ਦੇਖਦਾ ਪਿਆ ਸਾਰੇ, ਉਸਨੇ ਕਿਹਾ ਤੇਰੀ ਸੰਤਾਨ ਇੰਨੇ ਤਾਰਿਆਂ ਜਿੰਨੀ ਹੋਏਗੀ। ਅਬਰਾਮ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਇਸ ਲਈ ਪ੍ਰਭੂ ਨੇ ਉਸ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਸਾਡਾ ਵਿਸ਼ਵਾਸ ਜੋ ਅਸੀਂ ਕਰਦੇ ਹਾਂ ਪ੍ਰਭੂ ਦੇ ਵਿੱਚ, ਇਹੋ ਹੀ ਸਾਨੂੰ ਉਚਿਤ ਠਹਿਰਾਉਂਦਾ। ਅੱਗੇ ਦੇਖੋ, ਤਾਂ ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੈਂ ਤੈਨੂੰ ਕਸਦੀਆਂ ਦੇ ਨਗਰ ਊਰ ਤੋਂ ਕੱਢ ਕੇ ਲਿਆਇਆ ਹਾਂ ਕਿ ਮੈਂ ਤੈਨੂੰ ਇਹ ਧਰਤੀ ਦੇਵਾਂ। ਅਬਰਾਮ ਨੇ ਪ੍ਰਭੂ ਤੋਂ ਪੁੱਛਿਆ, ਹੇ ਪ੍ਰਭੂ ਪਰਮੇਸ਼ਰ, ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਇਸ ਧਰਤੀ ਦਾ ਵਾਰਸ ਬਣਾਂਗਾ? ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੇਰੇ ਲਈ ਇੱਕ ਬਹਿੜ, ਇੱਕ ਬੱਕਰੀ ਅਤੇ ਇੱਕ ਛਤਰਾ ਲੈ ਕੇ ਆ, ਜਿਨ੍ਹਾਂ ਦੀ ਉਮਰ 3-3 ਸਾਲ ਦੀ ਹੋਵੇ, ਅਤੇ ਇਹਨਾਂ ਦੇ ਨਾਲ ਇੱਕ ਘੁੱਗੀ ਅਤੇ ਕਬੂਤਰ ਦਾ ਬੱਚਾ ਵੀ ਲੈ ਕੇ ਆ। ਅਬਰਾਹਮ ਇਹ ਸਭ ਚੀਜ਼ਾਂ ਲੈ ਕੇ ਆਈਆਂ। ਉਸਨੇ ਜਾਨਵਰਾਂ ਦੇ 2-2 ਟੋਟੇ ਕੀਤੇ ਜੋ ਇੱਕ ਦੂਜੇ ਦੇ ਉੱਤੇ ਉਸਨੇ ਰੱਖ ਦਿੱਤੇ, ਪਰ ਉਸਨੇ ਪੰਛੀਆਂ ਦੇ ਟੋਟੇ ਨਾ ਕੀਤੇ। ਸ਼ਿਕਾਰੀ ਪੰਛੀ ਉਹਨਾਂ ਤੇ ਝਪਟਦੇ ਸਨ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸ ਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ,
तेरा वंश पराए देश विच एक परदेसी होके रहेगा। उत्थों दे लोग उन्हां ते अत्याचार करनगे। 400 सालां तक उन्हां नूं अपने दास बनाई रखणगे। पर पिछों मैं उस कौम दा न्याय करांगा जिस दी ओ सेवा करनगे, अते तद तेरा वंश बहुत सारा धन माल लैके उत्थों निकल आवेगा। पर तू शांति दे नाल अपने पुरखियां दे विच जा मिलेगा अते लंबी उम्र दे पिछों कबर दे विच रखिया जाएगा। तेरी चौथी पुश्त इत्थे वापस आएगी, क्योंकि मैं अमोरी लोकां नूं इत्थों उस समय तक नहीं कड्डांगा जदों तक उन्हां दी बुराई दी हद पूरी ना हो जाए। Now that's the main thing। प्रभु ने उन्हां दे उत्ते किसी तरह का अत्याचार नहीं करना, उन्हां दी बुराई ने उन्हां नूं मारना। जदों तक कि उन्हां दी बुराई दी हद पूरी ना हो जाए, फिर जदों सूरज डुब गया अते हनेरा हो गया तो एक धुएंदार बलदा होया बर्तन अते मशाल जानवरां दे होयां दे विच दी लंघी। अते उस समय प्रभु ने अब्राहम नूं इह कह के नेम बन्निया, तेरे वंश नूं मैं ये सारी धरती दिंदा हां। मिस्र दे दरिया तो लैके वड्डे दरिया फरात तक, कैनियां दी, कनजियां दी, कदमोनियां दी, हित्तियां दी, परिजियां दी, राफियमियां दी, अमोरियां दी, कनानियां दी, गिरगसियां दी ते यबूसियां दी। पर इस दे लई उन्हां नूं एक बड़े लंबे दुख दे विच दी गुजरना पैना। भला किहदा उस दे विच? ਉਹ ਅਸੀਂ 12ਵੇਂ ਭਾਵ ਦੇ ਵਿੱਚ ਜਿਹੜਾ ਅਸੀਂ ਦੇਖਿਆ। ਜਿਸ ਲਈ ਅਸੀਂ 12ਵੇਂ ਭਾਵ ਦੇ ਵਿੱਚ ਆਉਂਦੇ ਹਾਂ ਤੇ ਉੱਥੇ ਅਸੀਂ ਦੇਖਦੇ ਹਾਂ, ਔਰ ਉਸ ਦੀ ਤੀਸਰੀ ਆਇਤ 15 ਪੇਜ ਪਿੱਛੇ ਜਿਸ ਲਈ ਅਸੀਂ ਆਉਂਦੇ ਹਾਂ, ਔਰ 12 ਦੀ ਪਹਿਲੀ ਆਇਤ ਤੋਂ मैं ਦੁਆਰਾ ਪੜੂੰਗਾ। प्रभु ने अब्राहम नूं कहा कि तू अपने देश संबंधियां अपने पिता के घर नूं छड्ड के उस धरती ते जा जिस दे बारे मैं तैनूं दसांगा। मैं तेरे तो एक बड़ी कौम पैदा करांगा, मैं तैनूं असीस देवांगा, तेरा नां उच्चा होवेगा और तू असीस दा कारण होवेगा। तेरे असीस देण वालियां नूं मैं असीस देवांगा, तेरे सराफ देण वालियां नूं मैं सराफ देवांगा। तेरे द्वारा धरती दे सब लोग असीस प्राप्त करनगे। पर उस दे लई तेरी जिहड़ी संतान आ वो पराए लोकां दे थल्ले रहेगी, उन्हां नूं दास बना के रखणगे। 400 साल तक वो उत्थे दासता करनगे और फिर मैं उन्हां नूं कढ के लैके आऊंगा और उत्थों मैं उन्होंने बहुत सारा धन माल दे के लैके आऊँगा। और ये सारी धरती जिथे तू बैठा आ, ये सारी धरती मैं उन्होंने दूंगा। और असी प्रभु के वचन दे विच देखते हैं कि प्रभु उन्होंने उत्थे लैके गया। और प्रभु ने असी क्योंकि जनवरी दे विच मैं दोबारा इसनूं शुरू करूँगा, हुण अगले हफ्ते तो असी क्रिसमस के बारे देखांगे क्योंकि प्रभु का वड्डा दिन साडे लागे आ रहा। और प्रभु ने इन्हां लोकां नूं ओ मिस्र दे विच लैके गया। मिस्र दे विच उत्थे जिसले ये गए आ ते सिर्फ 75 जाने सी। 75 जाणियां ने उत्थे तो प्रभु ने इन्हां दी जिहड़ी गिणती आ वो 6 लाख तक कीती। और उस समय दे विच प्रभु दा रहम ये सी इन्हां दे उत्ते। नंबर 1 कि प्रभु उन्हां दे दुख दे विच उन्हां दे नाल सी। उन्हां दे दुख दे विच उन्हां दे नाल सी। मेरे नाल कूच दे पहले भाव दे विच आ जाओ, असीं कूच दे पहले भाव दे विचों देखांगे। कूच दा पहला भाव उत्पत्ति तो अगली जिहड़ी पुस्तक है, मैं तुहानूं पन्ना दस दिना जिद्दां पहुंचदा। पन्ना है 79। और ठीक इस वेले वो समा आ गया सी जिस वेले ये
ਉੱਥੇ 400 ਸਾਲ ਦਾ ਜਿਹੜਾ ਸਮਾਂ ਸੀ ਉਹ ਪੂਰਾ ਹੋਣ ਵਾਲਾ ਸੀ। ਔਰ ਸਾਨੂੰ ਇੱਥੇ ਪਤਾ ਲੱਗਦਾ ਕਿ ਅਬਰਾਹਮ ਦਾ ਪੁੱਤਰ ਇਸਹਾਕ ਸੀ ਔਰ ਇਸਹਾਕ ਤੋਂ ਗਾਂ ਯਕੂਬ ਔਰ ਯਕੂਬ ਦੇ 12 ਪੁੱਤਰ ਔਰ ਯਕੂਬ ਜਿਹੜਾ ਸੀ ਉਸ ਵੇਲੇ ਉਹ 75 ਜਾਣਿਆਂ ਨੂੰ ਲੈ ਕੇ ਇੱਥੇ ਆਏ ਸੀ। ਔਰ ਅਸੀਂ ਇੱਥੇ ਜਿਸਲੇ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ, ਕਹਿੰਦਾ ਯਕੂਬ ਦੇ ਪੁੱਤਰ ਜੋ ਉਸਦੇ ਨਾਲ ਆਪਣਿਆਂ ਟੱਬਰਾਂ ਸਮੇਤ ਆਏ ਸਨ, ਉਹਨਾਂ ਦੇ ਨਾਂ ਇਸ ਤਰ੍ਹਾਂ ਸਨ: ਰੂਬੇਨ, ਸ਼ਿਮਯੋਨ, ਲੇਵੀ, ਯਹੂਦਾ, ਯਿਸਕਾ, ਜ਼ਬੂਲੂਨ, ਬਿਨਯਾਮੀਨ, ਦਾਨ, ਨਫਤਾਲੀ, ਗਾਦ ਅਤੇ ਅਸੇਰ। ਯਕੂਬ ਦੇ ਸਾਰੇ ਟੱਬਰ ਦੀ ਗਿਣਤੀ 70 ਸੀ ਜੋ ਉਸ ਦੇ ਨਾਲ ਆਇਆ ਸੀ। ਯੂਸਫ ਪਹਿਲਾਂ ਹੀ ਮਿਸਰ ਦੇ ਵਿੱਚ ਸੀ ਅਤੇ ਫਿਰ ਇੱਕ ਸਮਾਂ ਇਹ ਵੀ ਆਇਆ ਜਦੋਂ ਯੂਸਫ ਅਤੇ ਉਸਦੇ ਭਰਾਵਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ, ਪਰ ਉਹਨਾਂ ਦੀ ਸੰਤਾਨ ਅਰਥਾਤ ਇਜ਼ਰਾਈਲੀਆਂ ਦੀ ਗਿਣਤੀ ਬਹੁਤ ਵੱਧ ਗਈ ਸੀ ਜੋ ਮਿਸਰ ਭਰ ਦੇ ਵਿੱਚ ਫੈਲ ਗਈ ਸੀ ਅਤੇ ਉਹ ਸ਼ਕਤੀਮਾਨ ਵੀ ਸਨ। ਤਦ ਮਿਸਰ ਦੇ ਵਿੱਚ ਇੱਕ ਨਵਾਂ ਰਾਜਾ ਰਾਜ ਕਰਨ ਲੱਗਾ ਜੋ ਯੂਸਫ ਨੂੰ ਬਿਲਕੁਲ ਨਹੀਂ ਸੀ ਜਾਣਦਾ ਅਤੇ ਉਸ ਰਾਜਾ ਨੇ ਆਪਣਿਆਂ ਲੋਕਾਂ ਨੂੰ ਕਿਹਾ, ਇਜ਼ਰਾਈਲੀ ਲੋਕ ਗਿਣਤੀ ਅਤੇ ਸ਼ਕਤੀ ਵਿੱਚ ਸਾਡੇ ਨਾਲੋਂ ਕਿਤੇ ਅੱਗੇ ਵੱਧਦੇ ਜਾ ਰਹੇ ਹਨ, ਇਸ ਲਈ ਸਾਨੂੰ ਉਹਨਾਂ ਦੇ ਨਾਲ ਕਰੜਾ ਵਰਤਾਓ ਕਰਨਾ ਚਾਹੀਦਾ ਹੈ, ਨਹੀਂ ਤਾਂ ਉਹ ਕਿਸੇ ਵੇਲੇ ਵੀ ਸਾਡੇ ਵਿਰੁੱਧ ਸਾਡੇ ਵੈਰੀਆਂ ਦੇ ਨਾਲ ਮਿਲ ਕੇ ਕਰ ਸਕਦੇ ਹਨ ਅਤੇ ਇੱਥੋਂ ਬਚ ਕੇ ਜਾ ਸਕਦੇ ਹਨ। ਇਸ ਲਈ ਰਾਜਾ ਫਿਰੌਨ ਨੇ ਇਜ਼ਰਾਈਲੀ ਲੋਕਾਂ ਨੂੰ ਆਪਣੀਆਂ ਗੁਦਾਮਾਂ ਦੇ ਲਈ 2 ਨਗਰ ਫਿਤੌਮ ਅਤੇ ਰਾਮਾਸੇਸ ਬਣਾਉਣ ਦੇ ਲਈ ਲਾ ਦਿੱਤਾ ਅਤੇ ਉਹਨਾਂ ਦੇ ਕੋਲੋਂ ਵਗਾਰ ਲੈਣ ਦੇ ਲਈ ਉਹਨਾਂ ਦੇ ਉੱਤੇ ਬਹੁਤ ਸਾਰੇ ਪਹਿਰੇਦਾਰ ਵੀ ਲਾ ਦਿੱਤੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਰੜੇ ਸੀ ਔਰ ਬੜੀ ਕਰੜਾਈ ਦੇ ਨਾਲ ਉਹ ਉਹਨਾਂ ਦੇ ਕੋਲੋਂ ਕੰਮ ਲੈਂਦੇ ਸੀ ਔਰ ਹੱਥਾਂ ਦੇ ਵਿੱਚ ਕੋਰੜੇ ਜੋ ਉਹਨਾਂ ਦੀਆਂ ਪਿੱਠਾਂ ਦੇ ਉੱਤੇ ਸੀ। ਤਦ ਉਹਨਾਂ ਨੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ, ਜਿੱਦਾਂ ਅਸੀਂ ਪੜ੍ਹਿਆ ਪ੍ਰਭੂ ਦੇ ਵਚਨ ਦੇ ਵਿੱਚ। ਤਦ ਉਹਨਾਂ ਨੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਔਰ ਪ੍ਰਭੂ ਨੇ ਉਹਨਾਂ ਦੀ ਸੁਣ ਲਈ ਔਰ ਪ੍ਰਭੂ ਉਹਨਾਂ ਨੂੰ ਉੱਥੋਂ ਬਾਹਰ ਕੱਢ ਕੇ ਲੈਣ ਲਈ ਪ੍ਰਭੂ ਨੇ ਹੁਣ ਤਿਆਰੀ ਕਰ ਲਈ। ਮੂਸਾ ਦਾ ਜਨਮ ਹੋਇਆ। ਮੈਂ ਤੁਹਾਨੂੰ ਛੋਟਾ ਦੱਸਦਾ ਪਿਆ ਮੂਸਾ ਦਾ ਫਿਰ ਜਨਮ ਹੋਇਆ। ਮੂਸਾ ਦੇ ਜਨਮ ਤੋਂ ਬਾਅਦ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਸੀ, ਪ੍ਰਭੂ ਨੇ ਆਪਣਾ ਵਾਅਦਾ ਉਸੇ ਤਰ੍ਹਾਂ ਪੂਰਾ ਕੀਤਾ। ਮੇਰੇ ਨਾਲ 15ਵੇਂ ਭਾਵ ਦੇ ਵਿੱਚ ਹੁਣ ਆ ਜਾਓ, ਕੂਚ ਦਾ 15ਵਾਂ ਭਾਵ। ਇੱਥੇ ਇੱਕ ਬੜਾ ਪਿਆਰਾ ਗੀਤ ਹੈ ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ। ਅਬਰਾਹਮ ਦੇ ਨਾਲ ਵਾਅਦਾ ਕੀਤਾ, ਉਸ ਨੂੰ ਪੁੱਤਰ ਦੀ ਦਾਤ ਦਿੱਤੀ, ਪੁੱਤਰਾਂ ਦੀ ਦਾਤ ਬਲਕਿ ਦਿੱਤੀ, ਕਿਉਂਕਿ ਉਸ ਦੀਆਂ 3 ਪਤਨੀਆਂ ਸੀ। ਸਾਰਾ ਤੋਂ ਇਸਹਾਕ ਪੈਦਾ ਹੋਇਆ, ਹਾਜਰਾ ਤੋਂ ਇਸ਼ਮਾਇਲ ਪੈਦਾ ਹੋਇਆ ਔਰ ਫਿਰ 7 ਪੁੱਤਰ ਉਸਦੇ ਜਿਹੜੇ ਕਟੂਰਾ ਤੋਂ ਪੈਦਾ ਹੋਏ ਔਰ ਬੇਸਿਕਲੀ ਜਿਹੜੇ ਜਾ ਕੇ ਇਰਾਕ ਦੇ ਇਲਾਕੇ ਦੇ ਵਿੱਚ ਬਸੇ ਔਰ ਉਹਨਾਂ ਦੇ ਵਿੱਚੋਂ ਪ੍ਰਭੂ ਨੇ ਇਹ ਸ਼ੈਮ ਦੀ ਸੰਤਾਨ ਦੇ ਵਿੱਚੋਂ ਅਬਰਾਹਮ ਨੂੰ ਲੈ ਕੇ ਆਇਆ। ਪ੍ਰਭੂ ਨੇ ਜੋ ਕਿਹਾ ਸੀ ਬਿਲਕੁਲ ਉਸੇ ਤਰ੍ਹਾਂ ਕੀਤਾ, ਉਹਨਾਂ ਨੂੰ ਕੱਢ ਕੇ ਲੈ ਕੇ ਆਇਆ ਔਰ ਜਿਸ ਵੇਲੇ ਉਹਨਾਂ ਨੂੰ ਹੁਣ ਕੱਢ ਕੇ ਲੈ ਕੇ ਆਇਆ, ਰਸਤੇ ਦੇ ਵਿੱਚ ਸਮੁੰਦਰ ਸੀ, ਪ੍ਰਭੂ ਨੇ ਸਮੁੰਦਰ ਨੂੰ ਪਾੜਿਆ, ਵਿੱਚ ਦੀ ਰਸਤਾ ਬਣਾਇਆ, ਉਸ ਰਸਤੇ ਦੇ ਉੱਤੋਂ ਦੀ ਉਹ ਲੰਘ ਗਏ ਦੂਜੇ ਪਾਸੇ ਔਰ ਜਿਸਲੇ ਮਿਸਰੀ ਸੈਨਾ ਨੇ ਪਿੱਛੋਂ ਹਮਲਾ ਕੀਤਾ ਤੇ ਉਹ ਸਮੁੰਦਰ ਮਿਲ ਗਿਆ, ਸਾਰੇ ਮਾਰੇ ਗਏ। ਜਿੱਦਾਂ ਪ੍ਰਭੂ ਨੇ ਅਬਰਾਹਮ ਨੂੰ ਕਿਹਾ ਸੀ ਉਸੇ ਤਰ੍ਹਾਂ ਉਸਨੇ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ। ਇਸ ਗੱਲ ਤੇ ਮੈਂ ਬਾਰ-ਬਾਰ ਜ਼ੋਰ ਦੇ ਰਿਹਾ, ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀ ਉਹਨੇ ਉਸੇ ਤਰ੍ਹਾਂ ਪੂਰਾ ਕੀਤਾ। ਠੀਕ, ਹੁਣ ਦੇਖੋ ਇਹ ਗੀਤ ਜਿਹੜਾ ਮੂਸਾ ਨੇ ਗਾਇਆ ਜਿਸਲੇ ਲੋਕ ਆਜ਼ਾਦ ਹੋ ਗਏ। ਤਦ ਮੂਸਾ ਅਤੇ ਇਜ਼ਰਾਈਲੀ ਲੋਕਾਂ ਨੇ ਪ੍ਰਭੂ ਦੇ ਲਈ ਇਹ ਗੀਤ ਗਾਇਆ, ਮੈਂ ਪ੍ਰਭੂ ਦੀ ਵਡਿਆਈ ਕਰਾਂਗਾ, ਉਸਨੇ ਮਹਾਨ ਜਿੱਤ ਪ੍ਰਾਪਤ ਕੀਤੀ ਹੈ, ਉਸਨੇ ਘੋੜਿਆਂ ਅਤੇ ਉਹਨਾਂ ਦੇ ਸਵਾਰਾਂ ਨੂੰ ਸਾਗਰ ਦੇ ਵਿੱਚ ਬਹਾ ਦਿੱਤਾ। ਪ੍ਰਭੂ ਮੇਰਾ ਬਲ ਹੈ, ਉਹ ਮੇਰੇ ਗੀਤ ਦਾ ਵਿਸ਼ਾ ਹੈ, ਉਹ ਮੇਰਾ ਮੁਕਤੀ ਦਾਤਾ ਹੈ, ਉਹ ਹੀ ਮੇਰਾ ਪਰਮੇਸ਼ਰ ਹੈ, ਮੈਂ ਉਸ ਦੀ ਮਹਿਮਾ ਗਾਵਾਂਗਾ। ਉਹ ਮੇਰੇ ਪਿਤਾ ਦਾ ਪਰਮੇਸ਼ਰ ਹੈ, ਮੈਂ
मैं उस दे नां दी वडियाई करांगा। प्रभु वड्डा योद्धा है, उस दा नां प्रभु है। मिस्री फौज ते रथ सवारां नूं उसने सागर विच बहा दिता। उन्हां दे चुने होए फौजी अफसरां नूं पानी दे विच डुबो दिता। डूंगे सागर ने उन्हां नूं अपने अंदर ढक लिया। पत्थर वांग ओ उसदी डुंगाई दे विच हेठां बैठ गए। हे प्रभु, तेरा सज्जा हथ वड्डा ते बली है। हे प्रभु, तेरे सज्जे हथ ने उन्हां नूं खिंडा दिता। तू अपने प्रताप दे नाल अपने वैरियां नूं डेग दिता अते अपने क्रोध दी अग दे नाल उन्हां नूं भस्म कर दिता। तेरे एक ही फुंकारे दे नाल पानी एक थां इकट्ठे हो गए। वो कंधां दी तरह खड़े हो गए। डूंगे सागर दे हेठों सुक्की धरती निकल आई। वैरी ने सोचा, मैं पिछा करके फड़ लवांगा, मैं लुट नूं अपनी इच्छा अनुसार वंड लवांगा। मैं अपने हथ दी तलवार दे नाल उन्हां दा नाश कर देवांगा। पर तेरे एक ही फुंकारे दे नाल पानी ने मिस्रियां नूं अंदर ढक लिया। वो लोहे दे वांग उस दे अंदर डुब गए। हे प्रभु, तेरे वर्गा सब देवतियां दे विच कौन है? तेरे वर्गा कौन प्रतापी पवित्र है? कौन तेरे वर्गे महान अते अद्भुत काम कर सकता है? तेरे अगे हथ करन ते ही धरती तेरे वैरियां नूं निगल गई। तू अपनी दयालता दे कारण ही अपने बचाए हुए लोकां दी अगवाई कीती। तू उन्हां नूं अपनी पवित्र धरती ते अपने बल दे नाल लै गया। तेरे बारे सुनदियां ही लोग कंब उठे। फिलिस्तीवासी त्रा उठे। अदोमी सरदार भयभीत हो उठे। मुआबी सूरमे कंबन लगे ते कनान निवासी दिल छड्ड बैठे। उन्हां सब ते भै छा गया। तेरे बाजू दे जोर दे कारण वो निचल हो गए। पर तेरे मुल लए होए लोग, ये चीज़ां देखण वालियां हुंदियां। तेरे मुल लए होए लोग पार लंघ गए। तू उन्हां नूं अपने पहाड़ ते लिया के वसाएगा। हे प्रभु, तू अपने रहण दी थां उसनूं अपने रहण दी थां चुनिया है अते अपना पवित्र थां बनाया। हे तक राज करेगा। नो, ये चीज़ कौम 400 साल दुखां दे विच दी लंघे, लेकिन उस दुख तो की पैदा होया कि इजराइल देश जो अज भी उत्थे ही, वो अज भी उससे प्रभु की प्रस्तश करते। आले दुआले कई राजे आए ते कई धर्म आए, खत्म हो गए। बड़े बड़े राजे आए। नबूकदनेस्सर वर्गा आया जिसने अद्धी दुनिया ते कब्जा किया सी, नहीं रहा, चला गया। इजराइल उत्थे ही। उस तो बाद साडे बजुर्गों ने कब्जे किए उत्थे सारे। ईरान तो जाके उत्थे मल लिया, इधरों इंडिया तक मल लिया फारस के राजे ने, साइरस ने। नहीं रहे, खत्म हो गया। ईरान उन्नी की जगह तो फिर मुड़ के चला गया। मैसेडोनिया तो एक सिपाही उठा सी जिहदा नाम सिकंदर सी। उसने सारी दुनिया को फतेह कर लिया। मैसेडोनिया का राज नहीं रहा, खत्म हो गया। मैसेडोनिया अज भी उन्ना किया। इंग्लैंड का सूरज नहीं सी डुबदा हुंदा, क्योंकि सारी धरती दे दूर दूर अफ्रीका ते उन्हां दा कब्जा, इंडिया ते उन्हां दा कब्जा, उधरों पाकिस्तान अफगानिस्तान तक उन्हां दा कब्जा। उन्हां दा सूरज चढ़िया ही रहिंदा सी। जे एक पासे डुब जांदा सी, दूजे पासे सूरज चढ़दा हुंदा सी। कदे उन्हां दा सूरज नहीं डुबदा। अज इंग्लैंड मुड़ के फिर इन्नी की जगह ते चला गया, और उहदे फिर 3 टोटे होने वाले, फिर 3 टोटे होने वाले। इजराइल उत्थे ही। अज भी उही बोली बोलते हैं। अज भी उन्होंने जोड़ा सारा कुछ इन्ह जो उन्होंने 10 कमैंडमेंट्स मिलियां सी, सारा उन्होंने जोड़ा स्ट्रक्चर वो अनुसार अज भी उत्थे।
1968 ਦੇ ਵਿੱਚ ਬਹੁਤ ਵੱਡਾ ਹਮਲਾ ਕੀਤਾ ਸੀ ਸਾਰੇ ਆਲੇ ਦੁਆਲੇ ਦੇ ਮੁਸਲਿਮ ਕੰਟਰੀਆਂ ਨੇ ਰਲ ਕੇ, ਸਾਰੇ ਹਾਰ ਗਏ ਸੀਗੇ। ਉਹਨਾਂ ਦੀ ਇਜ਼ਰਾਈਲ ਦੀ ਜਿਹੜੀ ਜ਼ਮੀਨ ਦੀ ਜਿਹੜੀ ਉਸ ਸਮੇਂ ਤੋਂ ਬਾਅਦ ਜਿਹੜੀ ਉਹਨਾਂ ਦਾ ਉਹ ਵਧੇ ਆ, ਉਹ ਉਹਨਾਂ ਕੋਲ 3 ਗੁਣਾ ਜ਼ਮੀਨ ਹੁਣ ਜ਼ਿਆਦੀ ਆ। ਉੱਥੇ ਹੀ ਆਓ। ਕਿਉਂ? ਕਿਉਂਕਿ ਪ੍ਰਭੂ ਨੇ 75 ਸਾਲ ਦੇ ਇੱਕ ਬਜ਼ੁਰਗੇ ਨੂੰ ਲੈ ਕੇ 65 ਸਾਲ ਦੀ ਉਸ ਦੀ ਵਾਈਫ, ਬੱਚਾ ਹੋਣ ਦੀ ਕੋਈ ਉਮੀਦ ਨਹੀਂ। ਉਸਨੇ ਕਿਹਾ ਸੀ ਅਬਰਾਹਮ ਤੋਂ ਤਾਂ ਬੱਚੇ ਪੈਦਾ ਹੋ ਸਕਦੇ ਸੀ, ਉਹ ਮਰਦ ਆ, ਪਰ 65 ਸਾਲ ਦੀ ਔਰਤ ਨੇ ਬੱਚਾ ਪੈਦਾ ਕਰਨਾ। ਉਸਨੇ ਕਿਹਾ ਨਹੀਂ, ਇਸੇ ਤੋਂ ਹੀ ਮੈਂ ਬੱਚਾ ਪੈਦਾ ਕਰੂੰਗਾ। ਪਰ ਉਸ ਦੀ ਸੰਤਾਨ ਦੁੱਖਾਂ ਦੇ ਵਿੱਚ ਜਾਏਗੀ, ਜਿਸ ਦੇ ਨਾਲ ਸਾਰੀ ਦੁਨੀਆ ਦਾ ਭਲਾ ਹੋਏਗਾ, ਜਿਸ ਦੇ ਨਾਲ ਸਾਰੀ ਦੁਨੀਆ ਦਾ ਭਲਾ ਹੋਏਗਾ। ਕਿਸ ਤਰ੍ਹਾਂ ਭਲਾ ਹੋਇਆ? ਅੱਜ ਅਸੀਂ ਕਿਸ ਭਲੇ ਦੇ ਵਿੱਚ ਬੈਠੇ ਹਾਂ। ਇੱਕ ਹਿੱਸਾ ਹੋਰ ਦੇਖਾਂਗੇ ਐਂਡ ਦੈਨ ਵੀ ਛੋਟਾ ਜਿਹਾ ਹਿੱਸਾ ਦੇਖਾਂਗੇ ਲੂਕ ਦੇ ਵਿੱਚ। ਪੰਨਾ ਮੈਂ ਤੁਹਾਨੂੰ ਦੱਸ ਦੇਣਾ, ਨਵੇਂ ਨਿਯਮ ਚ ਆ ਜਾਓ, ਲੂਕਾ ਦੀ ਪੁਸਤਕ ਦੇ ਵਿੱਚ, ਔਰ ਪੰਨਾ ਹੈ पन्ना है 102, दूसरा पाप। और मैं उसकी 22 आयत तो पढ़ूंगा, 22 आयत तो पढ़ूंगा। और प्रभु का वचन इस तरह मिल गया सारे 102 पन्ना। अच्छा, जदों मूसा की व्यवस्था के अनुसार यहूदियों के शुद्धिकरण का दिन आया तो यसू नूं यरूशलेम दे विच लै गए ते उन्हां नूं प्रभु दे सामने अर्पित करन। प्रभु की व्यवस्था इस तरह लिखिया होया सी कि हर जेठा प्रभु दे लई पवित्र मन्निया जाए अते प्रभु की व्यवस्था अनुसार घुग्गियां दा एक जोड़ा जां 2 कबूतर बलि लई चढ़ाए जाण। यरूशलेम दे विच शमाउन नाम का एक आदमी रहिंदा सी। वो धर्मी अते परमेश्वर तो डरन वाला सी। वो इजराइल कौम के छुटकारे की उडीक दे विच सी। वो पवित्र आत्मा दे नाल भरपूर सी। पवित्र आत्मा ने उस उत्ते यह प्रगट किया सी कि जदों तक वो प्रभु दे मसीह नूं नहीं देख लवेगा उसकी मौत नहीं होवेगी। पवित्र आत्मा की प्रेरणा दे नाल शमाउन मंदिर दे विच आया। जदों यसू दे माता पिता उसनूं व्यवस्था की रीत के अनुसार अर्पण करन दे लई मंदिर दे विच लैके आए तां शमाउन ने बालक यसू नूं अपनी गोद विच लैके इस तरह परमेश्वर की वडियाई का धन्नवाद किया। हे स्वामी, तू अपने दास नूं अपने वचन के अनुसार शांति दे नाल विदा कर रहा है, क्योंकि मेरियां अखियां ने तेरी उस मुक्ति नूं देख लिया है जो तू सारियां देशां दे लोकां दे लई तैयार कीती है। ये तेरे अपने लोकां इजराइल दे लई माण दा कारण अते दूजियां जातियां नूं राह दिखाउण वाला चानण है। की जिथे देखते पे हैं ओही जो अब्राहम नूं कहा सी कि साडे लई तां सिर्फ ये माण दा कारण आ, पर ये जो साडे तो पैदा होया ये सारी दुनिया नूं वो राह दिखाएगा जो कर नहीं जाता। ये उस दरवाजे नूं खोलेगा जो बंद किया गया। वो आ गया और वो यसू आ, पर उहदे लई यसू नूं भी दुख सहना पैना। और यसू लई की क्या गया? कहंदा यसू दे बारे गल्लां सुन के उन्हां दे माता पिता बहुत हैरान होए। शमौन ने उन्हां नूं आशीर्वाद दिता अते यसू दी माता मरियम नूं कहा, परमेश्वर ने इस बालक नूं चुन लिया है। ये बालक इजराइल दे बहुत सारे लोगों के डिगण ते उठण दा कारण होवेगा। ये बालक इहो जिहा चिन्ह होवेगा जिसदा बहुत सारे लोग विरोध करनगे, क्योंकि इस दे राही उन्हां दे मनां दे गुज्जे विचार प्रगट हो जाणगे अते इस दा दुख तलवार दी तरह तेरे मन नूं भी विन्ह देगा। मां सलीब दे मोरे खड़ी आ, मां सलीब दे मोरे खड़ी आ। वो कुआरी से जब प्रभु ने उसनूं दिता सी,
और पता नहीं कितनी बारी जिसले उसका बाप मर गया और जिस वेले वो अपने छोटे भैन भरावां नूं यसू संभालते पे आ, पता नहीं कितनी बारी उसने प्रभु का दरवाजा खड़खटाया होना तो घर की रोटी चली होनी और उस लीप पे दुख। सो अगर मैं सारी चीज नूं अज कंक्लूड करा, दुखां दा टोकरा असीं आप अपने सिर दे उत्ते रखिया और ये कहना कि प्रभु सानू दुख दिंदा पिया, प्रभु नहीं सानू दुख दिंदा पिया, प्रभु उस टोकरे का इलाज करता पिया। और अगर वो टोकरा साडे सिर ते ना होवे तो साडा ध्यान प्रभु दे वल जांदा ही नहीं। वो टोकरा दुखां दा जिहड़ा टोकरा आ उही प्रभु वल साडा ध्यान लैके जांदा और सानू फिर उसकी जरूरत महसूस हुंदी है। और फिर जरूरत तो किते ज़्यादा साडे लई करदा। वो सिर्फ सानू मुसीबत नूं ही दूर नहीं करता, वो मुसीबत नूं दूर नहीं करता, उस दे विचों वो मुक्ति का रस्ता कढ़दा, वो मुक्ति का रस्ता कढ़दा जो घर तक का साडा प्रभु जद तक इस दुख दे कारण ही जद तक असीं जदों ये दुख आउंदे आ ते असीं प्रभु दे कोल जाने आ और फिर वो साडे नाल इस धरती ते चलदा और इत्थे तक लैके जांदा सानू कि असीं चलदे चलदे उहदे कोल पहुंच जाने आ, उहदे कोल पहुंच जाने। दुख हमेशा सानू साडा हथ जिहड़ा ना वो प्रभु दे हथ दे विच रहण दिंदा, क्योंकि सानू आदत आ, सानू हथ छुड़ा के दौड़न की बड़ी आदत आ। दुख जिहड़ा वो मुड़ के असीं जानने कि हुण मैनूं फेर फड़ ला। साडी ये साडा एक बड़ा महान, ये बड़े मेरी गल ध्यान दे नाल समझिओ, ये असीं परमेश्वर की उंगली नहीं फड़ी, ये उसने साडा हथ फड़िया है जिहड़ा असीं छुड़ा के दौड़दे आ। दुख वापस लैके जाते तो फिर असीं उहदे वल नूं हथ मुड़ के फिर चुकदे तो फिर फड़ लैंदा, कोई नहीं आ जा आ जा, और इसे तरह सानू फड़ के वो घर नूं लै जांदा, यात्रा पूरी हो जाती है। यह है साडा प्रभु परमेश्वर और यह है दुखां दी वैल्यू। इस चों बहुत कुछ पैदा होंदा पर प्रभु रहन नहीं दिंदा दुखां दे विच। जिसले साडे ते दुख आउंदा तो उसके पिछे कोई मकसद हुंदा, कुछ काम कर रहा, तुहाडी कोई दुआ सुन हो रही हुंदी है, तुहाडी कोई दुआ सुन हो रही हुंदी है, पर वो दुख ही है जिहड़ा फिर उस दे विचों दी जिहड़े असीं लंघदे हां, वो जिहड़ा रस्ता औखा आ, छोटा रस्ता उहदे विच दी लंघदे हां ते फिर साडी जिहड़ी, क्योंकि परमेश्वर दी हजूरी उत्थे आ और उहदी हजूरी दे विचों साडे लई रस्ता पैदा हुंदा जिहड़ा सानू घर तक लैके जांदा। प्रभु दा शुक्र आ कि जे दुख आए भी, कोई दुआ करो कि प्रभु जी जे दुख आए भी तो मेरा हथ तेरे हथ दे विच रहे, मेरा हथ तेरे हथ दे विच रहे, मैं तेरे तों दूर ना होवां, मैं तेरे तों दूर ना होवां।